सतनाम श्री वाहिगुरु साहिब जीओ। दोहरा जो लक्षण आकाश को वही ब्रह्म को देख। वह जड़ यह चेतन है, यह भेद जीव पेख। जो लक्षण आकाश को। वाहिगुरु जी का खालसा वाहिगुरु जी की फतेह। सो ਆਪਾਂ ਅਧਿਆਤਮ ਪ੍ਰਕਾਸ਼ ਦੀ ਵਿਚਾਰ ਕਰ ਰਹੇ ਹਾਂ। ਗੁਰੂ ਸਾਹਿਬ ਦੀ ਕਿਰਪਾ ਨਾਲ ਥੋੜ੍ਹਾ ਹੀ ਜਿਹੜਾ ਦਿਨਾਂ ਦਾ ਅਧਿਆਤਮ ਪ੍ਰਕਾਸ਼ ਬਾਕੀ ਰਹਿ ਗਿਆ ਹੈ। ਕੱਲ੍ਹ ਆਪਾਂ ਵਿਚਾਰ ਕੀਤੀ ਸੀ ਜਿਹੜੇ ਆ 12 ਵਿਸ਼ੇਸ਼ਣਾਂ ਦੀ, ਬ੍ਰਹਮ ਦੇ 12 ਵਿਸ਼ੇਸ਼ਣ ਅਥਵਾ ਆਤਮਾ ਦੇ 12 ਵਿਸ਼ੇਸ਼ਣਾਂ ਬਾਰੇ। ਤੇ ਦੱਸਿਆ ਸੀ ਵੀ ਇਹ ਸਿੱਖ ਉਹ ਬ੍ਰਹਮ ਇਹ ਮਨ ਇੰਦਰੀਆਂ ਦਾ ਵਿਸ਼ਾ ਨਹੀਂ ਹੈ, ਨਾ ਕੰਨਾਂ ਕਰਕੇ ਉਹਦਾ ਵਿਸ਼ਾ ਸ਼ਬਦ ਹੀ ਹੈ। ਸ਼ਬਦ ਰਾਹੀਂ ਨਹੀਂ ਜਾਣਿਆ ਜਾ ਸਕਦਾ, ਜ਼ੁਬਾਨ ਦੇ ਸਵਾਦ ਰਾਹੀਂ ਨਹੀਂ ਜਾਣਿਆ ਜਾ ਸਕਦਾ, ਅਥਵਾ ਗਿਆਨ ਇੰਦਰੀਆਂ ਦੇ ਮਨ ਦੇ ਬੁੱਧ ਦੇ ਰਾਹੀਂ ਉਹਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ। ਅਸਲ ਵਿੱਚ ਇਹ ਜਿਹੜਾ ਝੂਠਾ ਸੰਸਾਰ ਆ ਤੇ ਇਹ ਜੋ ਝੂਠਾ ਹੋਵੇ ਉਹ ਕਿਸ ਤਰ੍ਹਾਂ ਸੱਚ ਨੂੰ ਪਹਿਚਾਣ ਸਕਦਾ, ਕਿਉਂਕਿ ਜਿੱਥੇ ਮਾਨੋ ਝੂਠੇ ਇਕੱਠੇ ਹੋਏ ਆ ਉਹ ਸੱਚ ਨੂੰ ਕਿਵੇਂ ਜਾਣ ਸਕਦਾ। ਰਾਤ ਨੇ ਗੱਲ ਰਾਤ ਦੀ ਹੀ ਕਰਨੀ ਹੈ, ਦਿਨ ਦੀ ਨਹੀਂ ਕਰੇਗੀ। ਰਾਤ ਨੇ ਰਾਤ ਹੀ ਰਹਿਣਾ, ਦਿਨ ਨੇ ਦਿਨ ਹੀ ਰਹਿਣਾ। ਝੂਠ ਨੇ ਝੂਠ ਹੀ ਰਹਿਣਾ, ਸੱਚ ਨੇ ਸੱਚ ਹੀ ਰਹਿਣਾ। ਸੱਚ ਨੇ ਸੱਚ ਦਾ ਪੱਖ ਕਰਨਾ, ਝੂਠ ਨੇ ਝੂਠ ਦਾ ਪੱਖ ਕਰਨਾ ਹੁੰਦਾ। ਹੁਣ ਇਹ ਸੰਸਾਰ ਝੂਠਾ ਆ, ਅਸੱਤ ਆ, ਨਾਸਵਾਨ ਆ। ਫਿਰ ਇਹ ਸਤਿਰੂਪ ਬ੍ਰਹਮ ਨੂੰ ਕਿਸ ਤਰ੍ਹਾਂ ਪਹਿਚਾਣੇ, ਕਿਉਂਕਿ ਉੱਧਰ ਝੂਠ ਦਾ ਸੱਚ ਨਾਲ ਵਿਰੋਧ ਆ, ਨਹੀਂ ਪਹਿਚਾਣ ਸਕਦਾ। ਅਸਲ ਵਿੱਚ ਉਹ ਪਰਮਾਤਮਾ ਆਪਣੇ ਸੁੱਖ ਨੂੰ ਆਪ ਹੀ ਜਾਣਦਾ। ਦੂਜਾ ਜਿਹੜਾ ਸੰਸਾਰ ਆ, ਜੇ ਉਸ ਬ੍ਰਹਮ ਨੂੰ, ਉਸ ਪਰਮਾਤਮਾ ਨੂੰ ਸੁੱਖ ਰੂਪ ਕਰਕੇ ਜਾਣੇ ਤੇ ਤਾਂ ਹੀ ਇਹ ਸੰਸਾਰ ਮੰਨੇ ਨਾ ਕਿ ਇਹ ਸੰਸਾਰ ਅਸੱਤ ਪਰਪੰਚ ਝੂਠਾ। ਬਿਨਾਂ ਮੰਨੇ ਤੋਂ ਕੋਈ ਕੀ ਕਹਿ ਸਕਦਾ, ਕੋਈ ਨਹੀਂ ਕਹਿ ਸਕਦਾ। ਕਿਉਂਕਿ ਜਦੋਂ ਸੱਚ ਝੂਠ ਸੱਚ ਨੂੰ ਮੰਨੇਗਾ ਤੇ ਝੂਠ ਦਾ ਨਾਸ ਹੋ ਜਾਏਗਾ, ਫਿਰ ਸੱਚ ਹੀ ਸੱਚ ਰਹਿ ਜਾਏਗਾ। ਸੰਸਾਰ ਇਹ ਝੂਠਾ ਹੈ। ਜੇ ਝੂਠਾ ਸੰਸਾਰ ਆਪਣੇ ਬ੍ਰਹਮ ਨੂੰ ਸੱਚ ਜਾਣਦਾ ਫਿਰ ਸੰਸਾਰ ਦਾ ਨਾਸ ਹੁੰਦਾ। ਇਸ ਕਰਕੇ ਆਪਣਾ ਨਾਸ ਨਹੀਂ ਕਰਨਾ ਚਾਹੁੰਦਾ, ਜਿਸ ਕਰਕੇ ਇਹ ਮੰਨਦਾ ਨਹੀਂ। ਬਿਨਾਂ ਮੰਨੇ ਤੋਂ ਕੋਈ ਕੀ ਕਹਿ ਸਕਦਾ ਹੈ। ਸੋ ਗੁਰੂ ਜੀ ਨੇ ਕਿਹਾ ਵੀ ਸਿੱਖ ਇੱਕ ਜਿਹੜਾ ਬ੍ਰਹਮ ਹੈ ਉਹ ਦਵੈਤ ਈਰਖਾ ਤੋਂ, ਦੁਤੀਆ ਭਾਵ ਤੋਂ ਰਹਿਤ ਭਾਵ ਇੱਕ ਬ੍ਰਹਮ ਅਦਵੈਤ ਇਕੱਲਾ ਹੀ ਹੈ। ਤੇ ਉਹਦੀ ਉਪਮਾ ਕੌਣ ਕੀ ਕਰ ਸਕਦਾ, ਕੋਈ ਭਾਵ ਕੋਈ ਉਹਦੀ ਉਪਮਾ ਨਹੀਂ। ਪਰ ਇਹ ਜਿਹੜੀ ਜੋ ਵੀ ਉਪਮਾ ਪਿਛੇ ਵਿਸ਼ੇਸ਼ਣਾਂ ਰਾਹੀਂ ਜਾਂ ਗ੍ਰੰਥ ਵਿੱਚ ਬ੍ਰਹਮ ਦੀ ਕਰਦੇ ਆਏ ਜਾਂ ਸ਼ਾਸਤਰਾਂ ਵੇਦਾਂ ਵਿੱਚ ਕੀਤੀ ਜਾਂਦੀ ਹੈ, ਉਹ ਤਾਂ ਕੀਤੀ ਜਾਂਦੀ ਵੀ ਬਿਨਾਂ ਉਪਮਾ ਤੋਂ ਸਮਝਦੇ ਨਹੀਂ ਆ। ਜਿਹੜੇ ਆਪਣੇ ਆਪ ਨੂੰ ਅਗਿਆਨੀ ਖਵਾਉਂਦੇ ਆ, ਅਗਿਆਨੀ ਬਿਨਾਂ ਉਪਮਾ ਤੋਂ ਸਮਝਦੇ ਨਹੀਂ। ਇਸ ਲਈ ਉਪਮਾ ਕਹੀ ਜਾਂਦੀ ਹੈ ਤਾਂ ਜੋ ਉਹਨਾਂ ਨੂੰ ਪਤਾ ਲੱਗੇ। ਕਿਉਂਕਿ ਬ੍ਰਹਮ ਦ੍ਰਿਸ਼ਟੀ ਨਾਲ ਵੇਖਿਆ ਜਾਏ ਨਾ ਦੇ ਕੋਈ ਭੇਦ ਅਭੇਦ। ਜੇ ਬ੍ਰਹਮ ਦ੍ਰਿਸ਼ਟੀ ਨਾਲ ਵੇਖਿਆ ਜਾਏ ਨਾ ਕੋਈ ਗਿਆਨ ਨਾ ਕੋਈ ਅਗਿਆਨ, ਨਾ ਕੋਈ ਇੱਕ ਨਾ ਕੋਈ ਦੋ। ਪਰ ਸਮਝਾਉਣ ਵਾਸਤੇ ਇੱਕ ਦੋ ਦੀ ਵੀ ਪਰਿਭਾਸ਼ਾ ਦਿੱਤੀ ਜਾਂਦੀ ਵੀ ਇੱਕ ਹੀ ਬ੍ਰਹਮ ਹੈ। ਭੇਦ ਅਭੇਦ ਦੀ ਪਰਿਭਾਸ਼ਾ ਦਿੱਤੀ ਜਾਂਦੀ ਹੈ ਸਮਝਾਉਣ ਵਾਸਤੇ ਉਪਮਾ ਕਹੀ ਜਾਂਦੀ ਹੈ। ਸੋ
ਅਗਲਾ ਜਿਹੜਾ ਦੁਹਰਾ ਰਿਹਾ ਦਿਸ ਰਹੇ ਸਿੱਖ ਨੂੰ ਹੁਣ ਵੀ ਸਿੱਖ ਵੇਖ ਜਿਹੜੇ ਆ ਆਕਾਸ਼ ਤੇ ਬ੍ਰਹਮ ਦੇ ਲੱਛਣ ਇੱਕ ਹੀ ਪਛਾਣ ਲਾ। ਆਕਾਸ਼ ਹੀ ਵੇਖ ਤਿੰਨਾਂ ਸਮਿਆਂ 'ਚ ਹੀ ਰਹਿੰਦਾ, ਅਸੰਗ ਆ, ਨਿਰਲੇਪ ਆ, ਵਿਆਪਕ ਆ। ਇਸੇ ਤਰ੍ਹਾਂ ਬ੍ਰਹਮ ਅਸੰਗ ਆ, ਵਿਆਪਕ ਆ, ਨਿਰਲੇਪ ਆ ਤੇ ਤਿੰਨਾਂ ਸਮਿਆਂ 'ਚ ਹੀ ਆ। ਉਹਦੇ 'ਚ ਬ੍ਰਹਮ 'ਚ ਵਿਸ਼ੇਸ਼ਤਾ ਕੀ ਹੈ, ਆਕਾਸ਼ 'ਚ ਵਿਸ਼ੇਸ਼ਤਾ ਕੀ ਹੈ, ਇਹ ਦੋਰੇ ਰਾਹੀਂ ਦੱਸਣਗੇ। ਅੱਗੇ ਗੀਤ ਦੇ ਰਾਹੀਂ ਵੀ ਗਿਆਨ ਬਖਸ਼ਣਗੇ। ਸੋ ਆਓ ਆਪਾਂ ਵਿਚਾਰ ਕਰੀ। ਜੋ ਲਖਿਆਨ ਆਕਾਸ਼ ਕੋ, ਹੇ ਸਿੱਖ ਤੈਨੂੰ ਦੱਸਿਆ ਵਾ ਵੀ ਉਪਮਾ ਤਾਂ ਕਹੀ ਜਾਂਦੀ ਕਿ ਅਗਿਆਨੀ ਲੋਕ ਸਮਝਦੇ ਨਹੀਂ ਹੈ। ਤੇ ਹੋਰ ਸੁਣ ਉਪਮਾ ਵੀ ਜੋ ਕਈ ਜਿਹੜਾ ਲਕਸ਼ਣ ਆਕਾਸ਼ ਕੋ, ਆਕਾਸ਼ ਦਾ, ਵਹੀ ਬ੍ਰਹਮ ਕੋ ਦੇਖ, ਵਹੀ ਕਹੀਏ ਉਹੀ ਬ੍ਰਹਮ ਪਰਮਾਤਮਾ ਵਿਆਪਕ ਵਾਹਿਗੁਰੂ ਦਾ ਤੂੰ ਵੇਖਣਾ ਕਰ। ਪਰ ਫਰਕ ਕੀ ਹੈ, ਵਹਿ ਜੜ ਯਹ ਚੇਤਨ ਹੈ। ਫਰਕ ਇਹ ਆ, ਇਸੇ ਚੇਤਨ ਦੇ ਨਾਲ ਟੁੱਪੀ ਪਾ ਲੈਣੀ। ਚੇਤਨਾ ਨਹੀਂ ਤੇ ਚੇਤਨ ਬਣੂਗਾ। ਜੇ ਚੈਤਨ ਪੜ੍ਹਨਾ ਫਿਰ ਟਿੱਪੀ ਲਾਉਣੀ ਪਊਗੀ। ਸੋ ਇਸ ਤਰ੍ਹਾਂ ਚੈਤਨ ਟਿੱਪੀ ਲਾ ਦੇਣੀ ਵੀ ਜੋ ਲਕਸ਼ਣ ਆਕਾਸ਼ ਦੇ ਆ ਉਹੀ ਬ੍ਰਹਮ ਦੇ ਦੇਖ। ਅੱਗੇ ਆਏਗਾ ਆਕਾਸ਼ ਦੇ ਲੱਛਣ ਕੀ, ਪਰ ਆਂਦੇ ਵਹਿ ਜੜ, ਪਰ ਉਹ ਜਿਹੜਾ ਆਕਾਸ਼ ਆ ਉਹ ਤੇ ਹੈ ਜੜ। ਯਹ ਚੇਤਨ ਹੈ, ਇਹ ਜਿਹੜਾ ਬ੍ਰਹਮ ਆ ਇਹ ਚੇਤਨ ਸਰੂਪ ਆ, ਸਰਬ ਨੂੰ ਜਾਣਨ ਵਾਲਾ। ਜੜ ਆਕਾਸ਼ ਸਭ ਨੂੰ ਜਾਣਨ ਵਾਲਾ ਨਹੀਂ ਹੈ, ਵਿਆਪਕ ਨਿਰਲੇਪ ਅਸੰਗ ਤੇ ਹੈਗਾ ਹੀ ਆ, ਪਰ ਸਭ ਨੂੰ ਜਾਣਨ ਵਾਲਾ ਨਹੀਂ ਹੈ। ਪਰ ਯਹ ਚੇਤਨ ਹੈ, ਇਹ ਬ੍ਰਹਮ ਜਿਹੜਾ ਚੇਤਨ ਸਰੂਪ ਆ, ਸਤ ਚੇਤਨ ਆਨੰਦ ਸਰੂਪ ਆ। ਯਹ ਭੇਦ ਜੀ ਵੇਖ, ਇਹੋ ਯਹ ਕਹੀਏ ਇਹੋ ਹੀ ਭੇਦ ਜਿਹੜਾ ਫਰਕ ਆ ਆਪਣੇ ਜੀ ਮਨ ਵਿੱਚ ਵੇਖਣਾ ਕਰ। ਇੰਨਾ ਫਰਕ ਆ ਵੱਡਾ ਮੇਨ ਲੱਛਣ, ਬਾਕੀ ਦੇ ਉਹੀ ਲਾਲਾ। ਪਰ ਜਿਹੜਾ ਬ੍ਰਹਮ ਚੇਤਨ ਆ ਤੇ ਆਕਾਸ਼ ਜੜ ਆ। ਕਬਿਤ ਵਿਓਮ ਹੀ ਮੈਂ ਸਾਤਰ ਸਾਤਲ ਔ ਸਾਤੋ ਲੋਕ। ਹੁਣ ਆਕਾਸ਼ ਦੀ ਵਿਆਪਕਤਾ ਦਾ ਦੱਸਣ ਲੱਗੇ ਗੁਣ। ਕਹਿੰਦੇ ਇੱਕ ਵਿਓਮ, ਇੱਕ ਆਕਾਸ਼ ਦੇ ਵਿੱਚ ਹੀ ਮੈਂ ਕਹੀਏ ਵਿੱਚ, ਇੱਕ ਆਕਾਸ਼ ਦੇ ਵਿੱਚ ਹੀ ਸਾਤਰ ਸੱਤ ਜਿਹੜੇ ਪਤਾਲ ਔ ਸੱਤ ਲੋਕ ਅਤੇ 7 ਲੋਕ ਹਨ। ਇੱਕ ਆਕਾਸ਼ ਦੇ ਵਿੱਚ ਹੀ 7 ਪਤਾਲ 7 ਲੋਕ ਆ। ਅਤੇ ਵਿਓਮ ਹੀ ਕੇ ਮਾਝ ਲੋਕਾ ਲੋਕ ਲੇਖੀਅਤ ਹੈ। ਅਤੇ ਵਿਓਮ ਨਾਮ ਆਕਾਸ਼ ਦਾ, ਆਕਾਸ਼ ਦੇ ਹੀ ਮਾਝ ਕਹੀਏ ਵਿੱਚ ਹੀ ਲੋਕਾ ਲੋਕ ਤੇ ਆਲੋਕ ਕਹੀਏ ਪਰਲੋਕ, ਲੇਖੀਅਤ ਕਹੀਏ ਜਾਣੀਦਾ ਹੈ। ਜਾਂ ਲੋਕਾ ਲੋਕ ਨਾਮਕ ਪਹਾੜ ਲੇਖੀਅਤ ਕਹੀ ਜਾਣੀਦਾ ਹੈ। ਇਹ ਲੋਕਾ ਲੋਕ ਪੁਰਾਣਾ ਅਨੁਸਾਰ ਇੱਕ ਪਹਾੜ ਦਾ ਨਾਮ ਹੈ ਲੋਕਾ ਲੋਕ, ਜਿਸ ਨੇ 7 ਸਮੁੰਦਰਾਂ ਨੂੰ ਹੀ ਸਾਰੀ ਪ੍ਰਿਥਵੀ ਦੇ ਸਮੇਤ ਘੇਰੇ ਵਿੱਚ ਰੱਖਿਆ ਹੋਇਆ ਕਿ ਪਾਣੀ ਇੱਧਰ ਉੱਧਰ ਨਾ ਜਾਏ। ਆਲੇ ਦੁਆਲੇ ਬਣਿਆ ਹੋਇਆ ਸਾਰੀ ਪ੍ਰਿਥਵੀ ਧਰਤੀ ਦਾ ਘੇਰਾ ਤੇ 7 ਸਮੁੰਦਰਾਂ ਨੂੰ ਜਿਹਨੇ ਘੇਰਾ ਪਾ ਰੱਖਿਆ। ਇਹਦੀ ਉਚਾਈ 13.5 ਕਰੋੜ ਯੋਜਨ ਦੱਸੀ ਗਈ ਗ੍ਰੰਥਾਂ ਵਿੱਚ ਪੁਰਾਣਾ ਵਿੱਚ। ਤੇ ਵਿਸ਼ਨੂੰ ਪੁਰਾਣ ਅਨੁਸਾਰ 10,000 ਯੋਜਨ ਇਹ ਉੱਚਾ ਮੰਨਿਆ ਗਿਆ। ਇਹਦੀ ਉਚਾਈ 13.5 ਕਰੋੜ ਯੋਜਨ ਆ। ਇੱਕ ਯੋਜਨ 'ਚ 13 ਕਿਲੋਮੀਟਰ ਹੁੰਦੇ ਆ। 12 ਵੱਖੋ ਵੱਖਰੇ ਯੋਜਨ ਆ, ਤੁਸੀਂ ਇਹ ਇੱਕ ਹੀ ਲਾ ਲਓ। ਅੱਜ 'ਚ 4 ਕੋਹ ਹੋਣ ਤੇ 13.5 ਕਰੋੜ ਯੋਜਨ ਹੈ। ਤੇ ਵਿਸ਼ਨੂੰ ਪੁਰਾਣ ਅਨੁਸਾਰ 10,000 ਯੋਜਨ ਉੱਚਾ ਇਹ ਮੰਨਿਆ ਗਿਆ ਆ ਬਾੜ। ਕਿਹੜਾ? ਲੋਕਾ ਲੋਕ। ਇਹ ਲੋਕਾ ਲੋਕ ਜਿਹੜਾ ਪਹਾੜ ਐਡਾ ਵੱਡਾ ਮੰਨਿਆ ਗਿਆ ਹੈ। ਮਹੰਤ ਗਣੇਸ਼ਾ ਜੀ ਨੇ ਵੀ ਲੋਕਾ ਲੋਕ ਪਰਬਤ ਦਾ ਅਰਥ ਕੀਤਾ ਹੈ।
ਤੇ ਸੱਤ ਪਤਾਲ ਸੱਤ ਆਕਾਸ਼ ਜਿਹੜੇ ਆ ਉਹ ਤੇ ਆਪਾਂ ਜਾਣਦੇ ਹੀ ਹਾਂ। ਸੱਤ ਆਕਾਸ਼ ਕਹਿ ਲਓ, ਸੱਤ ਲੋਕ ਕਹਿ ਲਓ ਤੇ ਸੱਤ ਪਤਾਲ ਕਹਿ ਲਓ, ਇੱਕੋ ਗੱਲ ਹੀ ਹੈ। ਹਾਂਜੀ। ਤੇ व्योम में जगत और जगत में व्योम वसै। वेखो व्योम में कहिए आकाश दे, मैं कहिए विच ही सारा जगत संसार आ, और जगत में व्योम वसे अते सारे जगत विच ही व्योम कहिए आकाश वस रहा। सारा आकाश ही भाव आकाश दी वेखो आकाश विच ही जगत ते जगत विच ही आकाश वस रहा। किवें? क्योंकि खाली नाम जिहड़ा आ ओह आकाश दा है। ते हुण खाली थां 'च ही है ना संसार। संसार जिहड़ा वा खाली थां 'च ही है ना। ते इस तरह आकाश विच ही जगत ते जगत विच ही आकाश है। आ खाली थां जगत बन गया, जगत सारे जी खाली थां हैगी, आकाश ही हैगा। घाट मट मांझ आर न्यारो पेखियत है। घाट मट, घाट कहिए घड़े, मट कहिए मकाना, मकान घड़ियां विच मकाना मांझ विच वसदा होया वसदा है आकाश। ते जिहदे विच आकाश घड़े च वस गया घटा आकाश, मट च वस गया मटा आकाश। नाम मट ना मकान दा। और न्यारो पेखियत है अते सारिਆਂ ਵਿੱਚ वसदा होया भी न्यारो ਵੱਖਰਾ पेखियत कई वेखीदा है। वेखो विच भी है ते बाहर भी है। जिवें आकाश जगत विच ते जगत विच आकाश है, इस तरह घड़ियां मकानां विच आकाश वसदा होया भी न्यारा वेखीदा है। आ खाली थां विच आकाश बने अपने बने हुए मकान घड़े ते इन्हां तो असंग भी विच भी है ते बाहर भी है। ये आपां कई वार विचार पिछे कर चुके हैं। पहला आकाश ही सी, विच मकान बन गया ते मट आकाश हो गया। ते इनू हिस्सा वेखो खाली थां 'च कमरा बनया ते कमरे तो बाहर भी आकाश हैगा। विच अंदर बाहर भी वेखो निरलेप आ। खाली थां जिथे नज़ारा ही तो आप तुरे फिरते, जे नज़ारा ना होवे ते थां ना मिले। इस तरह घड़ियां मकाना विच वसदा होया भी न्यारा वखरा वेखियत वेखीदा है। कह सुखदेव ऐसे जीव ईश भेदवा मैं। सब कवि सुखदेव सिंह निर्मले महापुरुष कथन करते आ, कहते हैं कि ऐसे जीव ऐसे प्रकार ही वाह मैं उस ब्रह्म वाह कहिए उस ब्रह्म दे विच जीव ते ईश दा भेद पिया होया। बस कहण मात्री घट मट जीव की है मानो घटा आकाश है, कि ईश की है मानो मटा आकाश। कहोगे मकान वड्डा घड़ा छोटा, ईश वड्डा जीव छोटा। ये जीव का भेद उस तरह पिया होया जैसे घट मट भेद अवरेखियत हैं। जैसे जिस प्रकार घट घड़े ते मट कहिए मकान के भेद करके आकाश अवरेखियत कहिए देखीदा है। जिस तरह घड़े विच आकाश आने करके उसका नाम घटा आकाश ते मकान अंदर आकाश का हिस्सा होने करके मटा आकाश। इस तरह जिहड़ा अंतःकरण च हिस्सा आ गया वह जीवात्मा जीव जिहदा अंतःकरण च प्रतिबिंब जिहड़ा व्यापक आत्मा का पै गया। ते जिहड़ा माया दे विच प्रतिबिंब ब्रह्म का पै गया, जिहड़ा माया सबल हो गया वो ईश, जिहड़ा अज्ञान के सहित अविद्या के सहित वो जीव पै गया। पर दोवां विच ही वेखो जीव विच आत्मा रूप वरत रहा है हो के, ते ईश विच भी उसदा प्रतिबिंब पै रहा। माया सबल है भावें फिर भी प्रतिबिंब तो है ही नाल। इस तरह जीव ईश भेद उहदे विच आ। जिवें मानो जिहड़ा समुंदर दे विचों एक नदी आ, एक नाला निकल लिया। नाला जीव आ, जिहड़ी नदी वड्डी दरिया आ वो ईश आ। ते ब्रह्म विचों ही जा रही है, भेद पै गया। वो नाला वो नदी असल विच समुंदर का ही रूप है ना, है तो पानी इन्हां दिनां 'च। बस
ਉਹ ਨਾਲੇ ਦੀ ਤੇ ਦਰਿਆ ਦੀ ਉਪਾਧੀ ਕਰਕੇ ਹੀ ਉਹ ਨਾਂ ਪੈ ਗਏ ਆ ਵੀ ਆ ਨਦੀ ਆ, ਆ ਵੀ ਨਾਲਾ ਦਰਿਆ ਆ। ਪਰ ਉਹ ਬ੍ਰਹਮ ਵਿੱਚ ਸਮੁੰਦਰ ਵਿੱਚ ਭੇਦ ਪੈ ਗਿਆ, ਆ ਨਦੀ ਆ ਜੀ ਨਾਲਾ, ਪਰ ਹੈ ਤੇ ਨਾ ਜਪਾਣੀ। ਇਸੇ ਤਰ੍ਹਾਂ ਆ ਛੋਟਾ ਪੱਗ ਜੀ ਜੀਵ ਆ, ਸਰਬੱਗ ਈਸ਼ ਆ, ਇਹਦੇ 'ਚ ਭੇਦ ਪੈ ਗਿਆ ਬ੍ਰਹਮ ਵਿੱਚ। ਜਿਸ ਤਰ੍ਹਾਂ ਘੜੇ ਵਿਚਲੇ ਆਕਾਸ਼ ਨੂੰ ਨਾਮ ਘਟਾ ਆਕਾਸ਼ ਪੈ ਗਿਆ, ਮਕਾਨ ਵਿਚਲੇ ਆਕਾਸ਼ ਦਾ ਨਾਮ ਮਟਾ ਆਕਾਸ਼ ਪੈ ਗਿਆ, ਭੇਦ ਪੈ ਗਿਆ ਨਾ ਮਹਾਂਕਾਸ਼ ਵਿੱਚ, ਜਿਵੇਂ ਇਹ ਦੇਖੀਦਾ ਹੈ। ਔਰ ਸਭ ਲੱਛਣ ਸਮਾਨ ਜਨ ਵਿਆਮ ਕੇ ਇਹ ਸਿੱਖ ਹੋ ਔਰ ਗਈ, ਸਾਰੇ ਜਿਹੜੇ ਲੱਛਣ ਚਿੰਨ੍ਹ ਉਹਦੇ ਆਕਾਸ਼ ਦੇ ਇੱਕ ਸਮਾਨ ਹੀ ਜਾਣੋ। ਹਾਂਜੀ, ਵੀ ਸਾਰੇ ਲੱਛਣ ਜਿਹੜੇ ਉੱਪਰ ਆਏ ਆ ਇੱਕ ਸਮਾਨ ਹੀ ਜਾਣੋ। ਦੱਸ ਹੀ ਦਿੱਤਾ ਨਾ ਵੀ ਉਹ ਆਕਾਸ਼ ਵੇਖੋ ਵਿਆਪਕ ਆ, ਖਾਲੀ ਥਾਂ ਦਾ ਨਾਮ ਆਕਾਸ਼ ਵਿਆਪਕ ਆ। ਵਿਆਪਕਤਾ ਹੋਣ ਕਰਕੇ ਸਾਰੇ ਹੀ ਉਹ ਸਮਾਇਆ ਹੋਇਆ ਆਕਾਸ਼, ਤੇ ਆਕਾਸ਼ ਵਿੱਚ ਸਾਰੇ ਸਮਾਏ ਹੋਏ। ਇਸੇ ਤਰ੍ਹਾਂ ਬ੍ਰਹਮ ਦੇ ਵੀ ਸਾਰੇ ਥਾਂ ਹੀ ਉਹ ਵਿਆਪਕ ਹੈ, ਆਕਾਸ਼ ਦੇ ਵਿੱਚ ਵੀ ਆਕਾਸ਼ ਵਾਂਗ ਹੀ ਸਾਰਾ ਸਮਾਇਆ ਹੋਇਆ। ਆਕਾਸ਼ ਨਿਰਲੇਪ ਵੀ ਆ ਤੇ ਬ੍ਰਹਮ ਵੀ ਨਿਰਲੇਪ ਆ। ਆਕਾਸ਼ ਅਸਾਂਗ ਆ, ਬ੍ਰਹਮ ਵੀ ਅਸਾਂਗ ਆ। ਹਾਂਜੀ, ਆਕਾਸ਼ ਨੂੰ ਕੋਈ ਦੁੱਖ ਖੇੜਾ ਨਹੀਂ, ਬ੍ਰਹਮ ਨੂੰ ਕੋਈ ਦੁੱਖ ਖੇੜਾ ਨਹੀਂ। ਆਹ ਖਾਲੀ ਥਾਂ ਨੂੰ ਜੋ ਮਰਜੀ ਲੱਤਾਂ ਬਾਹਾਂ ਮਾਰੀ ਜਾਓ, ਖਾਲੀ ਥਾਂ ਨੂੰ ਕੀ ਹੋਣ ਡਿਆ, ਦੁੱਖ ਸੁੱਖ। ਇਹ ਸਾਰੇ ਜਿਹੜੇ ਲੱਛਣ ਆ ਸਮਾਨ ਹੀ ਤੁਸੀਂ ਜਾਣ ਲਓ ਆਕਾਸ਼ ਦੇ। ਪੈ ਬ੍ਰਹਮ ਮਾਹਿ ਚੇਤਨਤਾ ਸੋ ਅਵਸ਼ੇਖੀਅਤ ਹੈ। ਪਰਮਾਤਮਾ ਦੇ ਵਿੱਚ ਜੋ ਚੇਤਨਤਾ ਨਾ ਵੀ ਜੋ ਸਾਰਿਆਂ ਨੂੰ ਜਾਣਨਾ, ਸੋ ਕਹੀਏ ਉਹੀ ਵਿਸ਼ੇਖੀਅਤ, ਵਿਸ਼ੇਸ਼ ਕਰਕੇ ਅਦਕਤਾ ਦਾ ਗੁਣ ਹੈ। ਬਾਕੀ ਤੇ ਬ੍ਰਹਮ ਤੇ ਆਕਾਸ਼ ਦੀ ਇੱਕ ਹੀ ਸਮਾਨ ਹੈ ਲੱਛਣ, ਪਰ ਉਹ 'ਚ ਵਿਸ਼ੇਸ਼ ਗੁਣ ਕੀ ਆ, ਜਿਹੜੀ ਚੇਤਨਤਾ ਬ੍ਰਹਮ ਵਿੱਚ। ਖਾਲੀ ਥਾਂ ਵੇਖੋ ਕੁਝ ਨਹੀਂ ਨਾ ਕਰਦਾ, ਪਰ ਸਾਡੇ ਅੰਦਰ ਸਰੀਰ ਦੇ ਹਿੱਸੇ ਵੀ ਖਾਲੀ ਥਾਂ ਆਕਾਸ਼ ਦੇ ਆ। ਸਿਰ ਵਾਲਾ, ਪੇਟ ਵਾਲਾ, ਲੱਕ ਵਾਲਾ, ਹਿਰਦੇ ਵਾਲਾ, ਕੰਠ ਵਾਲਾ, ਇਹ ਖਾਲੀ ਥਾਂ ਆ। ਵੇਖੋ ਜਾੜੀ ਆ, ਉਹਦੇ 'ਚ ਪ੍ਰਾਣ ਕੰਮ ਕਰਦੇ ਆ, ਤੇ ਉਹ ਜਿਹੜੇ ਪ੍ਰਾਣ ਕੰਮ ਕਰਦੇ ਕਾਹਦੇ ਰਾਹੀਂ, ਸੱਤਾ ਦੇ ਰਾਹੀਂ। ਜੋ ਚੇਤਨਤਾ ਹੈ ਬ੍ਰਹਮ ਦੀ, ਬ੍ਰਹਮ ਦੀ ਚੇਤਨ ਦੇ ਰਾਹੀਂ ਪ੍ਰਕਾਸ਼ ਕਰਦੀ। ਉਹ ਜੜ ਨੂੰ ਵੀ ਜਿਹੜਾ ਚੇਤਨਤਾ ਵਿੱਚ ਕਰ ਦਿੰਦਾ। ਹਾਂਜੀ, ਆਕਾਸ਼ ਵਿੱਚ ਸਾਡਾ ਸਰੀਰ ਜੜ ਪੈਰੂ ਕੁਝ ਨਹੀਂ ਕਰ ਸਕਦਾ, ਜੋ ਚੇਤਨਤਾ ਉਹ ਫਿਰ ਸਰੀਰ ਕੰਮ ਕਰੂਗਾ। ਇਸ ਪ੍ਰਕਾਰ ਜਿਹੜਾ ਨਾ ਬ੍ਰਹਮ ਵਿੱਚ ਚੇਤਨਤਾ ਜਿਹੜੀ ਆ ਉਹ ਵਿਸ਼ੇਸ਼ ਆ। ਬ੍ਰਹਮ ਦੀ ਚੇਤਨਤਾ ਕਰਕੇ ਸਾਰੀਆਂ ਕਿਰਿਆ ਸਰੀਰਾਂ ਦੀਆਂ, ਜਲ ਜੰਤੂਆਂ ਦੀਆਂ ਹੋ ਰਹੀਆਂ ਹੈ। ਜੜ ਹਿਲ ਰਿਹਾ ਹੈ, ਅੱਗ ਲਟ ਲਟ ਕਰ ਰਹੀ ਹੈ। ਇਹ ਬ੍ਰਹਮ ਦੀ ਜਿਹੜੀ ਚੇਤਨਤਾ ਇਹ ਵਿਸ਼ੇਸ਼ ਕਰਕੇ ਆ। ਖਾਲੀ ਥਾਂ 'ਚ ਅੱਗ ਜਿਹੜੀ ਆ ਉਹ ਕਿਵੇਂ ਬਲੂਗੀ, ਚੇਤਨਤਾ ਕਰਕੇ। ਇਸੇ ਤਰ੍ਹਾਂ ਜਾਲ ਸਾਰੇ ਤੱਤ ਕੰਮ ਕਿਵੇਂ ਕਰਦੇ ਆ, ਉਹ ਚੇਤਨਤਾ ਕਰਕੇ, ਕਿਉਂਕਿ ਆਕਾਸ਼ ਜਾੜਿਆ, ਬ੍ਰਹਮ ਵਿੱਚ ਚੇਤਨਤਾ। ਇਹੀ ਲੱਛਣ ਸਮਾਨ ਆ, ਇਹੀ ਲੱਛਣ ਮੁੱਖ ਆ। ਵੀ ਬਾਕੀ ਤੇ ਚਲੋ ਠੀਕ ਹੈ, ਬ੍ਰਹਮ ਨਾਲ ਮਿਲਦੇ ਲੱਛਣ, ਪਰ ਜਿਹੜੀ ਚੇਤਨਤਾ ਬ੍ਰਹਮ ਵਿੱਚ ਇਹੀ ਵਿਸ਼ੇਸ਼ ਕਰਕੇ ਅਦਕ ਗੁਣ ਆ। ਜਿਹੜੀ ਚੇਤਨਤਾ ਕਰਕੇ ਇਹ ਜੀਵ ਕਿਰਿਆ ਕਰ ਰਹੇ ਆ, ਮਨ ਬੁੱਧ ਕਿਰਿਆ ਕਰਦੇ ਆ, ਤੇ ਜੜ ਚੇਤਨ ਵਿੱਚ ਜਿਹੜੀ ਚੇਤਨਤਾ ਉਹ ਜਿਹੜੀ ਕੰਮ ਕਰ ਰਹੀ ਹੈ ਰੁੱਖਾਂ ਆਦਿਕ ਦੇ ਵਿੱਚ ਵੀ। ਤੇ ਇਹ ਚੇਤਨਤਾ ਬ੍ਰਹਮ ਦੀ ਹੈ, ਬ੍ਰਹਮ ਵਿੱਚ ਚੇਤਨਤਾ ਹੀ ਵਿਸ਼ੇਸ਼ ਗੁਣ ਆ। ਸਿੱਖਿਓ ਵਾਚ ਦੋਹਰਾ ਕਹਿਓ ਪਰਪੰਚ ਅਸਤ ਆਰ ਸਤ ਬ੍ਰਹਮ ਸੋ ਏਕ। ਹੈ ਗੁਰੂ ਜੀ, ਆਪ ਜੀ ਨੇ ਇਸ ਪਰਪੰਚ ਸੰਸਾਰ ਨੂੰ ਅਸਤ ਕਹੀਏ, ਝੂਠਾ ਨਾਸਵਾਨ ਕਹਿਓ ਕਿਹਾ ਹੈ। ਆਰ ਗਈ ਅਤੇ ਸਤ ਬ੍ਰਹਮ ਸੋ ਏਕ, ਅਤੇ ਬ੍ਰਹਮ ਨੂੰ ਇੱਕ ਅਦੁੱਤੀ ਤੇ ਸਤ ਸੱਚਾ ਕਥਨ ਕੀਤਾ ਹੈ। ਆਰ ਸਤ ਬ੍ਰਹਮ ਸੋ ਏਕ, ਵੀ ਉਹ ਜਿਹੜਾ ਬ੍ਰਹਮ ਆ ਉਹਨੂੰ ਸਤ ਸਤ ਸਰੂਪ ਤੇ ਇੱਕ ਅਦੁੱਤੀ, ਇੱਕੋ ਹੀ ਕਥਨ ਕੀਤਾ। ਅਦੁੱਤੀ ਅਦਵੈ ਸਰੂਪ ਕਥਨ ਕੀਤਾ, ਤੇ ਸੰਸਾਰ ਨੂੰ ਪਰਪੰਚ
ਪ੍ਰਪੰਚ ਨੂੰ, ਸੰਸਾਰ ਨੂੰ ਅਸਤ ਕਿਹਾ, ਨਾਸਵਾਨ ਕਿਹਾ। ਦੂਜਾ ਭਇਓ ਅਸਤ ਕਿਉਂ, ਦੂਜੋ ਭਇਓ ਅਸਤ ਕਿਉਂ। ਮੇਰਾ ਇਹ ਪ੍ਰਸ਼ਨ ਹੈ ਕਿ ਦੂਜਾ ਜਿਹੜਾ ਇਹ ਪ੍ਰਪੰਚ ਸੰਸਾਰ ਆ ਇਹ ਅਸਤ ਕਿਉਂ ਆ, ਕਿਉਂ ਹੋਇਆ? ਭਇਓ ਅਸਤ ਕਿਉਂ, ਕਿਵੇਂ ਇਹ ਅਸਤ ਹੋਇਆ? ਦੂਜੋ ਕਹੀਏ ਸੰਸਾਰ ਪ੍ਰਪੰਚ ਰਹੀ ਏਕ ਕੀ ਟੇਕ, ਇੱਕ ਹੀ ਬ੍ਰਹਮ ਦੀ ਟੇਕ ਓਟ ਸੱਤਾ ਇਸ ਸੰਸਾਰ ਵਿੱਚ ਰਹਿੰਦੀ ਹੈ। ਜਦੋਂ ਇੱਕ ਹੀ ਬ੍ਰਹਮ ਦੀ ਟੇਕ ਜਿਹੜੀ ਸੱਤਾ ਇਸ ਸੰਸਾਰ ਵਿੱਚ ਰਹਿੰਦੀ ਹੈ, ਜਦੋਂ ਵੀ ਇੱਕ ਕੀ ਟੇਕ, ਇੱਕ ਬ੍ਰਹਮ ਦੀ ਟੇਕ ਆ, ਫਿਰ ਇਹ ਸੰਸਾਰ ਅਸਤ ਕਿਵੇਂ ਹੋ ਗਿਆ? ਝੂਠੇ ਨੂੰ ਕਿਉਂਕਿ ਝੂਠੇ ਨੂੰ ਟੇਕ ਦੇ ਝੂਠੇ ਦੀ ਹੁੰਦੀ, ਤੇ ਤੁਸੀਂ ਸੰਸਾਰ ਨੂੰ ਅਸਤ ਨਾਸਵਾਨ ਕਹਿ ਦਿੱਤਾ, ਬ੍ਰਹਮ ਨੂੰ ਤੁਸੀਂ ਅਦੁੱਤੀ ਦੱਸ ਕੇ ਤੇ ਸਤ ਕਹਿ ਦਿੱਤਾ। ਇਹ ਦੂਜਾ ਜਿਹੜਾ ਸੰਸਾਰ ਆ ਵੀ ਇਹ ਕਿਵੇਂ ਅਸਤ ਹੋ ਗਿਆ? ਜਦੋਂ ਰਹੀ ਏਕ ਕੀ ਟੇਕ, ਜਦੋਂ ਕਿ ਇੱਕ ਬ੍ਰਹਮ ਦੀ ਹੀ ਓਟ ਸੱਤਾ ਸੰਸਾਰ ਵਿੱਚ ਰਹਿੰਦੀ ਹੈ, ਫਿਰ ਇਹ ਅਸਤ ਕਿਵੇਂ ਹੋ ਗਿਆ? ਮੇਰਾ ਪ੍ਰਸ਼ਨ ਹੈ। ਜਦੋਂ ਜਿਹਦੀ ਟੇਕ ਹੈ ਉਹਦਾ ਰੂਪ ਹੋਣਾ ਚਾਹੀਦਾ ਨਾ। ਸ੍ਰੀ ਗੁਰੂ ਵਾਚ ਦੋਹਰਾ ਏਕਾ ਕੇਵਲ ਬ੍ਰਹਮ ਹੈ। ਇਹ ਸਿੱਖ ਇਹ ਨਿਸ਼ਚੈ ਕਰਕੇ ਇਸ ਨੂੰ ਸੋਚ ਲਾ, ਕੇਵਲ ਸਿਰਫ ਇੱਕ ਬ੍ਰਹਮ ਹੀ ਸਭ ਪਾਸੇ ਹੈ। ਏਕਾ ਕੇਵਲ ਬ੍ਰਹਮ, ਬ੍ਰਹਮ ਹੀ ਕੇਵਲ ਸਾਰੇ ਪਾਸੇ ਹੈ। ਭੇਦ ਪ੍ਰਤੀਤ ਨਾ ਜਾਣ, ਇਸ ਵਿੱਚ ਕੋਈ ਵੀ ਭੇਦ ਫਰਕ ਦੀ ਜਿਹੜੀ ਪ੍ਰਤੀਤੀ ਭਰੋਸਾ ਮਾਤਰ ਵੀ ਤੂੰ ਨਾ ਜਾਣਨਾ ਕਰ। ਇਹ ਅਸਤ ਦੂਜਾ ਤੂੰ ਪੁੱਛਿਆ ਵੀ ਕਿਵੇਂ ਹੋ ਗਿਆ? ਜਦੋਂ ਇੱਕ ਦੀ ਟੇਕ ਆ ਫਿਰ ਅਸਤ ਕਹਿਣਾ ਚਾਹੀਦਾ, ਇਹਨੂੰ ਅਸਤ ਨਾਸਵਾਨ ਝੂਠਾ ਨਹੀਂ ਕਹਿਣਾ ਚਾਹੀਦਾ। ਤੇ ਤੈਨੂੰ ਗੁਰੂ ਸ੍ਰੀ ਗੁਰੂ ਬਾਜ ਗੁਰੂ ਦੱਸਣ ਡਿਆ ਇੱਕ ਹੈ ਕੇਵਲ ਬ੍ਰਹਮ ਹੈ। ਸਿੱਖ ਉਹ ਸਤ ਸਰੂਪ ਜਿਹੜਾ ਬ੍ਰਹਮ ਹੈ ਨਾ, ਕੇਵਲ ਉਹੀਓ ਹੈ ਇੱਕ ਸਾਰੇ ਪਾਸੇ। ਇਸ ਵਿੱਚ ਤੂੰ ਭੇਦ ਪ੍ਰਤੀਤੀ ਭਰੋਸਾ ਬਿਲਕੁਲ ਨਾ ਜਾਣ। ਨਿਤ ਅਨਿਤ ਵਿਵੇਕ ਕਹਿ, ਨਿਤ ਸਦੀਵੀ ਸਦਾ ਰਹਿਣ ਵਾਲਾ, ਹਮੇਸ਼ਾ ਰਹਿਣ ਵਾਲਾ, ਤੇ ਅਨਿਤ ਜੋ ਨਾ ਰਹਿਣ ਵਾਲਾ, ਪਰ ਝੂਠਾ ਨਾਸਵਾਨ। ਪਦਾਰਥਾਂ ਦੀ ਜਿਹੜੀ ਵਿਵੇਕ ਕਹਿ, ਵਿਵੇਕ ਵਿਚਾਰ ਕਰਕੇ ਦੂਰ ਕਰਤ ਅਗਿਆਨ, ਆਪਣੇ ਅਗਿਆਨ ਨੂੰ ਦੂਰ ਕਰਤ ਕਰ ਲਈਦਾ ਹੈ। ਅਰਥਾਤ ਕਿ ਤੂੰ ਵੀ ਸੱਚ ਨੂੰ ਗ੍ਰਹਿਣ ਕਰ, ਹਾਂਜੀ, ਤੇ ਅਸਤ ਨੂੰ ਤਿਆਗ ਕਰਕੇ ਅਗਿਆਨਤਾ ਦੂਰ ਕਰ। ਭਾਵ ਇੱਥੇ ਇਸ ਗੁਰੂ ਦਾ ਕਹਿਣ ਦਾ ਇਹ ਮਤਲਬ ਆ ਕਿ ਸਿੱਖ ਅਸਲ ਵਿੱਚ ਹੈ ਤੇ ਕੇਵਲ ਬ੍ਰਹਮ ਹੀ ਸਾਰੇ ਪਾਸੇ। ਇਹਦੇ ਵਿੱਚ ਕੋਈ ਪ੍ਰਤੀਤੀ ਭਰੋਸਾ ਫਰਕ ਤੂੰ ਬਿਲਕੁਲ ਨਾ ਵੱਖਰਾ ਜਾਣ। ਤੇ ਪਰ ਗੱਲ ਭਲਾ ਕੀ ਆ, ਤੇਰੇ ਗਿਆਨ ਵਾਸਤੇ ਜਿਹੜਾ ਨਿਤ ਤੇ ਅਨਿਤ ਦੀ ਵਿਚਾਰ ਦਸੀ ਆ, ਇਹ ਸੰਸਾਰ ਨੂੰ ਝੂਠਾ ਤਾਂ ਗਿਆ ਆ ਤੇ ਬ੍ਰਹਮ ਨੂੰ ਸੱਚ ਤਾਂ ਕਿਹਾ ਵਾ ਕਿਉਂਕਿ ਸੰਸਾਰ ਅਨਿਤ ਆ, ਬ੍ਰਹਮ ਨਿਤ ਆ। ਤੇ ਇਹ ਤੇਰੇ ਅਸਲ ਵਿੱਚ ਦੇ ਚਲੋ ਸੰਸਾਰ ਵੀ ਬ੍ਰਹਮ ਹੀ ਆ, ਪਰ ਵੀ ਇੱਕ ਪਾਸੇ ਉਹ ਨਾਸਵਾਨ ਹੋਣੇ ਕਰਕੇ, ਇੱਕ ਪਾਸੇ ਬ੍ਰਹਮ ਸੱਤ ਰਹਿਣੇ ਕਰਕੇ ਇਹ ਵਿਚਾਰ ਕਰਕੇ ਨਾ ਵਿਚਾਰ ਤਾਂ ਦੱਸੀ ਵੀ ਜਿਵੇਂ ਕਿਸੇ ਨੂੰ ਗਿਆਨ ਦੇਣਾ ਹੋਵੇ ਇਹਨੂੰ ਦੋ ਪ੍ਰਮਾਣ ਦੇਣੇ ਪੈਂਦੇ ਆ। ਇਸ ਕਰਕੇ ਨਿਤ ਤੇ ਅਨਿਤ ਦੀ ਵੀ ਸਦਾ ਰਹਿਣ ਵਾਲੇ ਦੀ ਤੇ ਨਾ ਰਹਿਣ ਵਾਲੇ ਝੂਠੇ ਪਦਾਰਥਾਂ ਦੀ ਵਿਚਾਰ ਕਰਕੇ ਨਾ ਵੀ ਆ ਰਹਿਣੇ ਆ ਨਹੀਂ ਰਹਿਣੇ, ਦੂਰ ਕਰਤ ਅਗਿਆਨ। ਜਿਹੜਾ ਆਪਣਾ ਅੰਦਰ ਦਾ ਅਗਿਆਨ ਹੁੰਦਾ ਦੂਰ ਕਰ ਲਈਦਾ। ਤੇ ਅਸੀਂ ਤਾਂ ਤੈਨੂੰ ਇਹ ਕਹਿੰਦੇ ਵੀ ਤੂੰ ਸੱਚ ਨੂੰ ਗ੍ਰਹਿਣ ਕਰ ਲਾ ਤੇ ਝੂਠੇ ਸੰਸਾਰ ਦਾ ਤਿਆਗ ਕਰ ਦੇ, ਤੈਨੂੰ ਆਪੇ ਸਮਝ ਪੈ ਜਾਣੀ ਆ ਵੀ ਨਾ ਦੇ ਕੋਈ ਝੂਠਾ ਹੈ ਨਾ ਕੋਈ ਸੱਚਾ ਹੈ, ਅਸਲ ਵਿੱਚ ਸਾਰੇ ਬ੍ਰਹਮ ਹੀ ਬ੍ਰਹਮ ਹੈ। ਇਹ ਤੈਨੂੰ ਸਿੱਖਿਆ ਦੇਣ ਵਾਸਤੇ ਗੱਲ ਕਹੀ ਹੈ। ਦੋਹਰਾ ਜੋ ਕਹਤੇ ਜੋ ਯਹ ਕਹਤੇ ਪ੍ਰਥਮ ਹੀ। ਇਹ ਸਿੱਖ ਹੁਣ ਤੈਨੂੰ ਖੋਲ ਕੇ ਦੱਸਦੇ ਆ, ਜੋ ਕਹੀਏ ਵੀ ਜੇਕਰ ਇਹ ਤੈਨੂੰ ਯਹ ਦਾ ਅਰਥ ਇਹ ਹੈ, ਜੇਕਰ ਇਹ ਤੈਨੂੰ ਪ੍ਰਥਮ ਪਹਿਲਾਂ ਹੀ ਕਹਤੇ ਆਖ ਦਿੰਦੇ ਕਿ ਦੇਹ ਆਤਮਾ ਇੱਕ ਕਿ ਦੇਹ ਤੇ ਆਤਮਾ ਇੱਕ ਹੋਈ ਆ। ਭਾਵ ਹੁਣ ਦੇਵੀ ਤੇ ਬ੍ਰਹਮ ਦੀ ਬਣਾਈ ਹੋਈ ਹੈ ਨਾ, ਭਾਵ ਉਹਦਾ ਹੀ ਰੂਪ ਆ। ਜਦੋਂ ਕਹਿ ਦਿੰਦੇ ਸਾਰਾ ਜਗਤ ਉਹਦਾ ਹੀ ਰੂਪ, ਇਹ ਵਿਸ਼ਵ ਸੰਸਾਰ ਤੇ ਇਹ ਵਿਸ਼ਵ ਸੰਸਾਰ ਤੋਂ ਦੇਖਦੇ ਹਰ ਕਾ ਰੂਪ ਹੈ। ਸੋ ਦੇਹਾਂ ਵੀ ਤੇ ਉਹਦੀਆਂ ਹੋ ਗਈਆਂ ਨਾ,
पर ये ਜਿਹੜੀਆਂ ਵਿਚਾਰਾਂ ਤਾਂ ਦਸੀਆਂ ਜਾਂਦੀਆਂ ਵੀ ਤੂੰ ਇਹ ਜਿਹੜਾ ਜਗਿਆਸੂ ਆ ਨਾ ਉਹ ਸਿਰੇ ਤੱਕ ਪਹੁੰਚ ਸਕੇ। ਕਹਿੰਦੇ ਸਿੱਖ ਜੇ ਤੈਨੂੰ ਪਹਿਲਾਂ ਕਹਿ ਦਿੰਦੇ ਵੀ ਦੇਹ ਤੇ ਆਤਮਾ ਇੱਕੋ ਹੀ ਆ, ਦੇਹ ਆਤਮਾ ਸਰੀਰ ਤੇ ਆਤਮਾ ਇੱਕੋ ਹੀ ਆ, ਤਾਂ ਆਤਮਨ ਹੈ ਜਾਣ ਤੋਂ ਤਾਂ ਕਹੀਏ ਤਦ ਤੂੰ ਫਿਰ ਆਪਣੀ ਆਤਮਾ ਨੂੰ ਨਹੀਂ ਸੀ ਜਾਣ ਤੋਂ ਕਹੀਏ ਜਾਣ ਸਕਦਾ, ਨਹੀਂ ਜਾਣਦਾ। ਗਹਿ ਲੈ ਤੋ ਯਹ ਟੇਕ, ਯਹ ਕਹੀਏ ਇਹੀ ਟੇਕ ਭਰੋਸਾ ਤੂੰ ਗਹਿ ਲੈਂਦਾ ਪਕੜ ਲੈਣਾ ਸੀ। ਭਾਵ ਸਰੀਰ ਨੂੰ ਸਭ ਕੁਝ ਮੰਨ ਕੇ ਅਗਿਆਨਤਾ ਵਿੱਚ ਗਲਤਾਨ ਹੋ ਜਾਣਾ ਸੀ। ਕਿਉਂਕਿ ਜੇ ਤੈਨੂੰ ਕਹਿੰਦੇ ਵੀ ਦੇਹ ਆਤਮਾ ਇਹ ਸਾਰਾ ਬ੍ਰਹਮ ਹੈ ਜੋ ਵੇਖ ਰਿਹਾ ਤੂੰ, ਤੇ ਤੂੰ ਤੇ ਇਹ ਰੌਲਾ ਪਾ ਕੇ ਬਹਿ ਜਾਣਾ ਸੀ ਵੀ ਸਰੀਰ ਵੀ ਤੇ ਬ੍ਰਹਮ ਰੂਪ ਹੀ ਆ। ਫਿਰ ਤੂੰ ਬ੍ਰਹਮ ਤੂੰ ਕਹਿਣਾ ਵੀ ਕਿਹਨੂੰ ਜਾਣਨਾ, ਇਸ ਸਭ ਕੁਝ ਬ੍ਰਹਮ ਹੀ ਆ। ਤੇ ਉਹ ਸਰੀਰ ਤੱਕ ਹੀ ਰਹਿ ਜਾਣਾ ਸੀ, ਆਤਮਾ ਦੇ ਸਰੂਪ ਤੱਕ ਨਹੀਂ ਸੀ ਪਹੁੰਚਣਾ। ਕਿਉਂਕਿ ਤੂੰ ਉਧਰ ਸਿਰ ਲਾਉਣਾ ਹੀ ਨਹੀਂ ਸੀ, ਦਿਮਾਗ ਲਾਉਣਾ ਹੀ ਨਹੀਂ ਸੀ। ਤੂੰ ਕਹਿਣਾ ਸੀ ਵੀ ਸਭ ਕੁਝ ਜਦੋਂ ਬ੍ਰਹਮ ਆ ਤੇ ਆ ਮੇਰਾ ਸਰੀਰ ਹੀ ਬ੍ਰਹਮ ਹੈ, ਫਿਰ ਮੈਂ ਆਤਮਾ ਨੂੰ ਕਾਹਨੂੰ ਜਾਣਨਾ, ਮੈਂ ਕਾਹਨੂੰ ਇਹਨੇ ਖੇੜੇ 'ਚ ਪੈਣਾ। ਇਹ ਤੈਨੂੰ ਗਿਆਨ ਵੀ ਤੂੰ ਦੂਰ ਆਪਣਾ ਗਿਆਨ ਕਰ ਲਵੇਂ, ਤੈਨੂੰ ਪਤਾ ਲੱਗ ਜਾਵੇ ਵੀ ਇਹ ਦੇਹ ਜਿਹੜੀ ਅਨਿਤ ਆ ਤੇ ਆਤਮਾ ਮੇਰੀ ਨਿਤ ਸਰੂਪ ਆ। ਇਸ ਕਰਕੇ ਨਿਤ ਅਨਿਤ ਵਿਵੇਕ, ਨਿਤ ਕੀ ਆ ਬ੍ਰਹਮ ਆ, ਅਨਿਤ ਕੀ ਆ ਸੰਸਾਰ ਆ। ਇਸ ਤਰ੍ਹਾਂ ਸੰਸਾਰ ਬ੍ਰਹਮ ਦੀ ਸਰੀਰ ਤੇ ਜਿਹੜਾ ਹੈ ਆਤਮਾ ਦੀ ਵਿਚਾਰ ਕਰਕੇ ਜਿਹੜਾ ਅਗਿਆਨ ਹੈ ਦੂਰ ਕਰ ਲਈ। ਤਾਂ ਕਰਕੇ ਤੈਨੂੰ ਆਪਾਂ ਇੰਨੇ ਵਿਸਥਾਰ ਦੇ ਨਾਲ ਦੱਸਿਆ ਵਾ। ਤੇ ਬ੍ਰਹਮ ਨੂੰ ਹੀ ਕੀ ਕਹਿ ਦਿੱਤਾ, ਸਤ ਕਿਹਾ, ਉਹ ਸਤ ਵੀ ਆ। ਇਹ ਸੰਸਾਰ ਨੂੰ ਹੀ ਪਰਪੰਚ ਨੂੰ ਅਸਤ ਕਿਹਾ, ਨਾਸਵਾਨ ਕਿਹਾ, ਤੇ ਹੈ ਵੀ ਆ। ਭਾਵੇਂ ਕਿ ਬ੍ਰਹਮ ਦਾ ਹੀ ਰੂਪ ਹੈ ਸੰਸਾਰ, ਪਰਮੇਸ਼ਰ ਦਾ ਹੀ ਰੂਪ ਆ, ਉਹਦਾ ਹੀ ਬਣਾਇਆ ਹੋਇਆ, ਸਤ ਪ੍ਰਤੀਤ ਹੋ ਰਿਹਾ। ਪਰ ਇਹ ਅਸਤ ਹੋਣ ਕਰਕੇ, ਬ੍ਰਹਮ ਸਤ ਰੂਪ ਹੋਣ ਕਰਕੇ ਤੇ ਅਸਾਂ ਨੇ ਤੈਨੂੰ ਇਹ ਗਿਆਨ ਦਿੱਤਾ ਤੇ ਅਗਿਆਨ ਤੇਰਾ ਦੂਰ ਕਰ ਲਈ। ਇੰਨਾ ਵਿਚਾਰ ਤੈਨੂੰ ਲੰਬੀ ਕਹੀ ਆ ਤੇ ਤੈਨੂੰ ਦੇਹ ਵੱਖਰੀ ਕਰਕੇ ਦੱਸਿਆ, ਆਤਮਾ ਵੱਖਰੀ ਕਰਕੇ ਦੱਸਿਆ। ਜੇ ਤੈਨੂੰ ਪਹਿਲਾਂ ਹੀ ਕਹਿ ਦਿੰਦੇ ਵੀ ਦੇਹ ਆਤਮਾ ਤੇ ਸਭ ਇੱਕ ਹੀ ਆ, ਬ੍ਰਹਮ ਦਾ ਹੀ ਰੂਪ ਹੈ, ਸਾਰਾ ਬ੍ਰਹਮ ਦਾ ਬਣਾਇਆ, ਬ੍ਰਹਮ ਦਾ ਹੀ ਟੇਕ ਹੈ, ਬ੍ਰਹਮ ਦਾ ਹੀ ਆਸਰਾ, ਬ੍ਰਹਮ ਰੂਪ ਹੀ ਆ, ਤੇ ਤੂੰ ਆਤਮਾ ਨੂੰ ਨਹੀਂ ਸੀ ਜਾਣ ਸਕਦਾ। ਗਹਿ ਲੈ ਤੋ ਯਹ ਟੇਕ, ਇੱਕੋ ਹੀ ਟੇਕ ਫੜ ਲੈਣੀ ਸੀ, ਸਰੀਰ ਤੱਕ ਹੀ ਰਹਿ ਜਾਣਾ ਸੀ, ਅਗਿਆਨ 'ਚ ਹੀ ਰਹਿ ਜਾਣਾ ਸੀ। ਤੂੰ ਸਰੀਰ ਨੂੰ ਬ੍ਰਹਮ ਕਰਕੇ ਮੰਨੀ ਜਾਣਾ ਸੀ, ਆਤਮਾ ਦੇ ਸਰੂਪ ਤੱਕ ਪਹੁੰਚਣਾ ਕੋਈ ਨਹੀਂ ਸੀ। ਗਿਆਨੀ ਤੋਂ ਬਣਨਾ ਕੋਈ ਨਹੀਂ ਸੀ। ਦੋਹਰਾ ਦੇ ਆਤਮਾ ਭਿੰਨ ਕਰ, ਇਸ ਲਈ ਆਪਣ ਜਿਹੜੀ ਤੈਨੂੰ ਅਸੀਂ ਆਤਮਾ ਨੂੰ ਤੇ ਦੇਹ ਨੂੰ ਵੱਖਰਾ ਕਰਕੇ ਦੇਹ ਮਮਤਾ ਛੁਡਾਏ, ਦੇਹ ਮਮਤ ਛੁਡਾਏ। ਇੱਥੇ ਪਾਠ ਮਮਾਤੀ ਲਿਖਿਆ, ਇਸੇ ਤਰ੍ਹਾਂ ਪਾਲਣਾ। ਤੇ ਦੇਹ ਆਤਮਾ ਇਸ ਕਰਕੇ ਤੈਨੂੰ ਗਿਆਨ ਦਿੱਤਾ ਸਿੱਖ, ਜਿਹੜੀ ਦੇਹ ਤੇ ਆਤਮਾ ਨਾ ਇਹਨੂੰ ਤੂੰ ਭਿੰਨ ਕਰ, ਵੱਖਰਾ ਕਰਕੇ ਦੇਹ ਮਮਤਾ ਛੁਡਾਏ। ਮਮਤਾ ਪਾਠ, ਦੇਹ ਮਮਤਾ ਛੁਡਾਏ। ਤੇ ਤੇਰੀ ਦੇਹ ਦੀ ਮਮਤਾ ਛੁਡਾਈ, ਮੇਰ ਤੇਰ ਛੁਡਾਈ ਹੈ ਵੀ ਦੇਹ ਮੇਰੀ ਨਹੀਂ ਹੈ। ਦੇਹ ਦੀ ਮਮਤਾ ਛੁਡਾ ਕੇ ਤੇ ਤੈਨੂੰ ਗਿਆਨ ਬਖਸ਼ਿਆ। ਭਾਇਓ ਆਤਮਾ ਆਪ ਜਬ ਕਹੀ, ਜਦੋਂ ਆਤਮਾ ਆਪ ਹੀ ਤੂੰ ਆਪਣੇ ਆਪ ਨੂੰ ਮੰਨ ਲਿਆ ਹੋ ਗਿਆ, ਤਬ ਸਭ ਇੱਕ ਹੈ ਆਏ, ਤਦੋਂ ਸਭ ਇੱਕ ਹੀ ਇੱਕ ਹੈ। ਠੀਕ ਆ, ਤਬ ਸਭ ਇੱਕ ਹੈ ਆਏ, ਤਦੋਂ ਇੱਕ ਹੀ ਇੱਕ ਸਾਰਾ ਤੇਰੇ ਜੀਣ ਵਿੱਚ ਆ ਜਾਊਗਾ। ਨਹੀਂ ਭਾਈ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਭਾਇਓ ਆਤਮਾ ਆਪ ਜਦੋਂ ਤੂੰ ਆਪ ਹੀ ਆਪਣਾ ਆਤਮ ਸਰੂਪ ਭਾਇਓ ਕਹੀਏ ਹੋ ਗਿਆ, ਭਾਵ ਭਾਇਓ ਆਤਮਾ ਆਪ ਜਦੋਂ ਤੂੰ ਆਪਣੇ ਸਰੂਪ ਨੂੰ ਆਤਮਾ ਸਮਝ ਲਿਆ, ਆਤਮਾ ਰੂਪ ਹੋ ਗਿਆ, ਤਬ ਸਭ ਇੱਕ ਆਏ, ਤਦੋਂ ਸਾਰਿਆਂ ਵਿੱਚ ਇੱਕੋ ਪਰਮਾਤਮਾ ਹੀ ਤੈਨੂੰ ਦ੍ਰਿਸ਼ਟੀ ਵਿੱਚ ਆਏ ਕਹੀਏ ਆਉਣ ਲੱਗ ਜਾਏਗਾ। ਤਬ ਸਭ ਇੱਕ ਆਏ, ਤਦੋਂ ਸਾਰਾ ਜਿਹੜਾ ਨਾ ਤੇਰਾ ਆਪਾ ਆਤਮਾ ਹੀ ਇੱਕ ਹੈ, ਇੱਕ ਦ੍ਰਿਸ਼ਟੀ ਵਿੱਚ ਆਏ ਕਹੀਏ ਆਉਣ ਲੱਗ ਜਾਏਗਾ। ਫਿਰ ਤੈਨੂੰ ਪਤਾ ਲੱਗ ਜੂ ਮੇਰਾ ਆਪਣਾ ਹੀ ਹੈ, ਤੇ ਤੈਨੂੰ ਸਮਝ ਆ ਜਾਊਗੀ ਵੀ ਮੇਰਾ ਆਪਾ ਜਿਹੜਾ ਆਤਮਾ ਉਹ ਸਾਰੇ ਸਮਾਇਆ ਹੋਇਆ ਹੈ, ਕੋਈ ਮੇਰੇ ਵਿੱਚ ਭੇਦ ਫਰਕ ਨਹੀਂ ਆ। ਤੇ ਇਹ ਆਤਮਾ ਮੇਰੀ ਬ੍ਰਹਮ ਰੂਪ ਹੈ ਤੇ ਮੇਰਾ ਆਪਾ ਹੀ ਸਾਰੇ ਬਨੇ ਵਰਤ ਰਿਹਾ ਆ।
मेरा आपा ही सारे बने वरत रहा तो ये देह जिहड़ी है नाश हो जानी है, पर मेरा आपा जिहड़ा आत्मा वो सड़दा मचदा नाश नहीं हुंदा। इस प्रकार तू अपने आपे नूं जान के जिहड़ा द्वैत भाव आ वो गवा देगा ते अद्वैत स्वरूप तू हो जाएगा। इसे करके देह आत्मा भेनकार सिख जिहड़ी ते देह ते आत्मा नूं भेन करके वखरा करके जान ते देह ममता छुड़ाए। देह दी ममता जिहड़ी है वो तेरे को छुड़ाई है, तू छड़ देना कर। देह नूं ब्रह्म नहीं मनना, आत्मा नूं वखरा करके मनना जिहड़ी आत्मा इन्हां देहां नूं भी प्रकाश कर रही है। इसे करके तेनों देह आत्मा वखरी वखरी करके दसी है। ते जदों तू अपने स्वरूप नूं जान के आत्मा रूप भयो हो गया तब तदों सारे पासे तेनों एक है, एको ही अपना आपा ही वा परमात्मा का रूप आत्मा ही इस दृष्टि में आए कोई आउन लग जाएगा। तू जान लेगा कि मेरा आत्मा ही सारे पासे समाया होया है, सर्ब निरंतर एको सोई। इस तरह तेरी दृष्टि हो जाएगी। सो भुलां चुकां दी खेमा जी चारां दी इत्थे समाप्ति है। देह आत्मा भिन्न कर देह ममता छुड़ाए, पायो आत्मा आप जब तब सब एक है आए। वाहिगुरु जी का खालसा वाहिगुरु जी की फतेह।